ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਮ ਕਰੀ ਵਖਿਆੜ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਟੋਡੇ ਮਹਲਾ ਪੰਜਵਾ। ਹਰ ਬਿਸਰਤ ਸਦਾ ਕੁਆਰੀ, ਤਾਕੋ ਧੋਖਾ ਕਹਾਂ ਬਿਆਪੈ। ਜਾਕੋ ਓਟ ਤੁਹਾਰੀ, ਹਰ ਬਿਸਰਤ ਸਦਾ ਖੁਆਰੀ। ਤਾਕੋ ਧੋਖਾ ਕਹਾਂ ਬਿਆਪੈ, ਜਾਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲੜਾ, ਸਰਪ ਜੈਸੇ ਹਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੁਹਾਰੀ। ਗੁਣ ਨਿਧਾਨ ਗੁਣ ਤਿਨਿ ਗਾਏ, ਜਾਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨਿ ਗਾਏ, ਜਾਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੁਆਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੇ ਮਹਲਾ ਪੰਜਵਾਂ। ਹਰ ਬਿਸਰਤ ਸਦਾ ਖੁਆਰੀ। ਟੋਡੇ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 711 ਅਤੇ 712 ਦੇ ਅੰਦਰ ਸਭਾਈਮਾਨ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਉਪਦੇਸ਼ ਦਿੱਤਾ ਹੈ। ਰਹਾਉ ਦੀਆਂ ਪੰਕਤੀਆਂ ਦੇ ਵਿਚਾਰ ਭਾਵੇਂ ਆਪਾਂ ਕਈ ਵਾਰੀ ਕੀਤੀ ਹੈ। ਪਹਿਲੀਆਂ ਰਹਾਉ ਦੀਆਂ ਪੰਕਤੀਆਂ ਕੇਂਦਰੀ ਭਾਵ ਵੀ ਹੈ ਔਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਮਨੁੱਖ ਉਸ ਪਰੀ ਪਰਮਾਤਮਾ ਤੋਂ ਵਿਛੜ ਜਾਏ ਤੇ ਵਿਛੜਿਆ ਹੋਇਆ ਨੂੰ ਜੀਵਨ ਦੇ ਵਿੱਚ ਹਮੇਸ਼ਾ ਹੀ ਖੁਆਰੀ ਤੇ ਬੇਪੱਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਨਾਲ ਹੀ ਕਿਰਪਾ ਕੀਤੀ ਉਹਨਾਂ ਨੂੰ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਕਾਰ ਜਿਹੜਾ ਹੈ ਧੋਖਾ ਨਹੀਂ ਦੇ ਸਕਦਾ। ਜਿਨ੍ਹਾਂ ਨੇ ਓਟ ਕੇਵਲ ਆਪਣੇ ਗੁਰੂ ਦੇ, ਰੱਬ ਦੇ, ਪਰਮੇਸ਼ਰ ਦੇ ਨਾਮ ਦੇ ਲਈ ਹੈ। ਹੁਣ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਹਰ ਬਿਸਰਤ ਸਦਾ ਖੁਆਰੀ। ਉਹਨਾਂ ਨੂੰ ਸਦਾ ਦੀ ਖੁਆਰੀ ਹੈ। ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ ਕਿ ਰੱਬ ਨੂੰ ਭੁੱਲ ਕੇ ਵਿਛੜ ਕੇ ਇੰਨੇ ਕੁ ਖੁਆਰੀ ਕਿ ਇਹ ਜਿੰਦ ਬਾਰ-ਬਾਰ ਤੜਫਦੀ ਹੈ, ਇਹ ਬਾਰ-ਬਾਰ ਸੜਦੀ ਹੈ, ਬਾਰ-ਬਾਰ ਤਪਦੀ ਹੈ। ਉਹ ਸਤਿਗੁਰੂ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇਹ ਜੀਉ, ਇਹ ਜਿੰਦ ਬਾਰ-ਬਾਰ ਤਪਦਾ ਹੈ, ਬਾਰ-ਬਾਰ ਤਪਦਾ ਹੈ। ਤੇ ਕਿਉਂ ਤਪਦਾ ਹੈ? ਇਹ ਬਾਰ-ਬਾਰ ਇਹਨੂੰ ਦੁੱਖ ਕਿਉਂ ਲੱਗਦਾ ਹੈ, ਖਪਦਾ ਕਿਉਂ ਹੈ? ਔਰ ਸਤਿਗੁਰੂ ਜੀ ਕਹਿੰਦੇ ਨੇ ਕਾਰਨ ਇੱਕੋ ਹੀ ਹੈ, ਹਰ ਬਿਸਰਤ ਸਦਾ ਖੁਆਰੀ। ਉੱਥੇ ਸਤਿਗੁਰੂ ਜੀ ਕਹਿੰਦੇ ਨੇ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਬਸ ਵਿਸਰ ਜਾਏ, ਹਰ ਬਿਸਰਤ ਸਦਾ ਖੁਆਰੀ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੇ ਵਿਲ ਲਾਏ। ਪੱਕੇ ਰੋਗੇ ਦੀ ਤਰ੍ਹਾਂ ਸੜਦਾ ਹੈ, ਕਿਉਂਕਿ ਭੁੱਲਣ ਦੇ ਅੰਦਰ, ਵਿਛੋੜੇ ਦੇ ਅੰਦਰ ਹਮੇਸ਼ਾ ਹੀ ਖੁਆਰੀ ਹੈ। ਵਿਛੜ ਕੇ ਵਿਛੋੜੇ ਦੇ ਵਿੱਚੋਂ ਕਾਲੇਪਨ ਨੂੰ ਜਨਮ ਮਿਲਦਾ ਹੈ। ਵਿਛੋੜਾ ਕਾਲੇਪਨ ਨੂੰ ਜਨਮ ਦਿੰਦਾ ਹੈ।
भाई साहब भाई वीर सिंह जी, उन्होंने एक पावन वचन लिखा है कि किवें विछड़ के काल खंदी है। उदाहरण देंदे ने कि कोले भट्ठी बलदी होवे ते कोले काले हुंदे ने जी, पर बलदी हुई भट्ठी दे विचों कदे काले नहीं हुंदे, लाल सुर्ख हुंदे ने। उस भट्ठी चों एक कोला बाहर डिग्गिया ते बाहर डिगदिया नाल कुदरती है कि उनकी अग बुझदी है, लाली घट जाती नाल दी नाल, जिवें जिवें लाली घटे उवें कालापन होना शुरू होंदा है। और भाई साहब भाई वीर सिंह जी कहते हैं उस काले कोड़े नूं कोई यतन करे कि साबन ला के उन्होंने धो के फिर उस तरह का लाल कर दे, वो नहीं होना। कोई यतन करे जिन्ना मर्जी, भावें उन्होंने दुध दे विच धोवे, भावें दही दे विच पा के रखे, भावें साबन ला ला के मल मल के धो लवे, उस कोड़े ने काला ही रहना है। तो भाई साहब भाई वीर सिंह जी कहते हैं जे कोड़ा बोलता होवे ना तो सच जाने उन्हें बोल के एको गल कहनी सी कि भाई जे मैनू तू लाल वेखना चाहुंदा है ना, काला तो मैं अग दे नालों विछड़ के होया, बस जे लाल वेखना चाहुंदा तो उस अग दे विच चुक के फिर पा दे, सौखा जिहा काम है। पहलों नाल भी दुगना चमकांगा, लाल होगा, रूप सवाया चढ़ेगा। और सतगुर जी कहते हैं जेड़े रब दे नालों भुल गए, जेड़े विछड़ के जीवन विच आया होया कालापन, ये नाम तो बिना धोता नहीं जाना और मिलिया तो बिना अंदर की कड़क लैनी नहीं। उत्थे भाई वीर सिंह जी लिखते हैं कि साबण लाला धोता कोला, दुध दही विच पाया, रंग चाड़ रंगन से झड़िया, रंग न उस वटाया। क्योंकि कहते विछड़ के कालक से आए, बिन मिलिया नहीं लेंदे, अंग अग दे लाके वेखो, चढ़दा रूप सुवाया। क्योंकि कालापन ते आया ही विछड़ के। हुण गुरु साहब जी कृपा करते हैं, हर बिसरत सदा खुआरी, ये 1 2 4 दिन की नहीं, सदा खुआरी, हर बिसरत सदा खुआरी। ताको धोखा कहाँ व्यापै, जाको ओट तुहारे। पर कमाल की गल है, रब नूं विछड़ के भुल के खुआरी है, बेपते का सामना करना पैंदा है। और सतगुरु कहते बंदे नूं वही रब भुल गया, ना इनू खाना भुलिया, ना इनू पीना भुलिया, ना इनू कदे नींद भुली कि मैं सोना भी है। क्योंकि जो नींद आई हो तो भावें फिर बंदा कितने हो ढा लेंदी है, उत्थे वाजे वजा के दसन की लोड़ नहीं पैंदी भी तेनों नींद आई, सो जा, उन्हें आपे ढा लेना है। बंदे नूं कदे नहीं भुलदा कि घर परिवार दे विच रहना, बच्चों नाल हसना खेडना भी है, वो याद सारा कुछ है। पर सतगुरु कहते हैं जिन्हों भुल के सदा री खुआरी है, उन्हें भुल गया। सतगुरु का पावन वचन है, खाना पीना हसना सौना, विसर गया है मरना। खसम विसार खुआरी किन्नी, हर बिसरत सदा खुआरी। खसम विसार खुआरे किन्ने, त्रिग जीवन लाणते बंदे जीवन। और दुर लांत वाला फिटे मुँह वाला जीवन रहना थोड़ी है, ये भी चले जाना है। कहते त्रिग जीवन नहीं रहना। हुण सतगुर जी कृपा करते हैं, उन्होंने धोखा नहीं जिन्हों ने नाम की उठ ली है। अगलियां पावन पंक्तियां गुरु साहब जी ने रहाव तो बाद पहले पद विच गई। रहाओ बिन सिमरण जो जीवन बलना, सर्प जैसे हर जारी। भुल के विसर के खुआरी है, ते रब नूं भुला के जीवन भावें बड़ा लंबा हो जाए। आर बला
100 ਸਾਲ ਦੀ ਵੀ ਹੋ ਜੇ। ਪਰ ਸਤਿਗੁਰੂ ਕਹਿੰਦੇ ਨੇ ਇਹ ਲੰਬਾ ਜੀਵਨ ਵੀ ਕਿਹੜੇ ਕੰਮ ਦਾ ਹੈ, ਇਹ ਬਿਲਕੁਲ ਉਸ ਸੱਪ ਦੀ ਤਰ੍ਹਾਂ ਹੈ। ਜਿਵੇਂ ਸੱਪ ਜ਼ਹਿਰ ਘੋਲਦਾ ਹੈ, ਤੇ ਜੇ ਰੱਬ ਭੁੱਲ ਗਿਆ ਤਾਂ ਸਾਰੀ ਜਿਉਣੀ ਵਿੱਚ ਘੋਲਦਾ ਜ਼ਹਿਰ ਹੀ ਹੈ, ਵਿਸ਼ੇ ਦਾ, ਵਿਕਾਰਾਂ ਦਾ, ਮੋਹ ਦਾ। ਇਹ ਹੰਕਾਰ ਦਾ ਜ਼ਹਿਰ ਜਿਹੜਾ ਘੋਲਦਾ ਹੀ ਰਹਿੰਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਇਕੱਲਾ ਹੀ ਜੀਵਨ, ਜ਼ਿੰਦਗੀ ਲੰਬੀ ਹੋ ਜਾਏ ਹੈ ਸੱਪ ਦੀ ਤਰ੍ਹਾਂ, ਤੇ ਜੀਵਨ ਦੇ ਵਿੱਚ ਕਮਾ ਵੀ ਬੜਾ ਕੁਝ ਲਵੇ ਬਾਹਰਲੇ ਪਦਾਰਥ, ਕਿ ਨਵ ਖੰਡਣ ਕੋ ਰਾਜ ਕਮਾਵੈ, ਅੰਤ ਚਲੇ ਗੋਹਾਰੇ ਨਵ ਖੰਡਣ। 9 ਖੰਡ ਧਰਤੀ ਜਿੰਨੀ ਵੀ ਦਿਸਦੀ ਹੈ ਸਾਰੇ ਦੇ ਉੱਤੇ ਰਾਜ ਕਰ ਲਵੇ। ਔਰ ਦੇਖੋ ਸਾਰੀ ਧਰਤੀ ਤੇ ਰਾਜ ਹੁੰਦਾ ਨਹੀਂ, ਪਰ ਗੁਰੂ ਸਾਹਿਬ ਜੀ ਕਹਿੰਦੇ ਕਰ ਲਵੇ। ਅੰਤ ਚਲੇ ਗੋਹਾਰੀ, ਅੰਤ ਨੂੰ ਜਾਣਾ ਤੇ ਫਿਰ ਵੀ ਹਾਰ ਕੇ। ਔਰ ਸਾਰੇ ਧਰਤੀ ਤੇ ਰਾਜ ਕਰਨ ਦਾ ਸੁਪਨਾ ਇੱਕ ਲਿਆ ਸੀ ਸਿਕੰਦਰ ਨੇ। ਔਰ ਉਸ ਸਿਕੰਦਰ ਦੇ ਬਾਰੇ ਬੜਾ ਇਹ ਆਪ ਸਭ ਜਾਣਦੇ ਹੋ। ਉਹਨੇ ਸੁਪਨਾ ਲਿਆ ਕਿ ਸਾਰੇ ਸੰਸਾਰ ਨੂੰ ਜਿੱਤਣਾ ਹੈ, ਔਰ ਇਕੱਲਾ ਲਿਆ ਹੀ ਨਹੀਂ, ਉਹ ਸੁਪਨਾ ਕਿਸੇ ਹੱਦ ਤੱਕ ਉਹਦਾ ਕੁਝ ਨਾ ਕੁਝ ਸਾਕਾਰ ਵੀ ਹੋਇਆ। ਅੱਧੇ ਤੋਂ ਜ਼ਿਆਦਾ ਦੁਨੀਆ ਨੂੰ, ਅਮਨ ਮਾਨ ਨੂੰ ਨੇ ਅੱਗ ਲਾ ਕੇ ਰੱਖ ਦਿੱਤੀ ਸੀ ਕਿ ਮੈਂ ਸਭ ਨੂੰ ਜਿੱਤਣਾ, ਸਭ ਨੂੰ ਮਾਰ ਦਿਆਂਗਾ ਜਿਹੜਾ ਮੇਰਾ ਅੱਗੇ ਆਏਗਾ। ਪਰ ਭਰ ਜਵਾਨੀ ਦੇ ਵਿੱਚ ਜਦੋਂ ਉਹਦੇ ਸਾਹਮਣੇ ਆਈ ਮੌਤ, ਜਦੋਂ ਦੱਸਿਆ ਕਿ ਹੁਣ ਬਚਣ ਦਾ ਹਿੱਲਾ ਕੋਈ ਨਹੀਂ, ਉਸੇ ਸਿਕੰਦਰ ਨੇ ਜਿਹੜੇ ਰੁਪਈਏ, ਪੈਸੇ, ਧਨ ਦੇ ਲਈ ਲੋਕਾਂ ਦੇ ਘਰ ਬਰਬਾਦ ਕੀਤੇ, ਮਾਵਾਂ ਦੀਆਂ ਕੁੱਖਾਂ ਉਜਾੜ ਕੇ ਰੱਖ ਦਿੱਤੀ, ਬੀਬੀਆਂ ਦੇ ਸੁਹਾਗ ਉਜਾੜ ਦਿੱਤੇ, ਉਹ ਸਿਕੰਦਰ ਉਦਣ ਸਾਰੇ ਯੂਨਾਨ ਦੇ ਆਪਣੇ ਵੈਦ, ਹਕੀਮ, ਜਿੰਨੇ ਡਾਕਟਰ ਨੇ ਸਭ ਨੂੰ ਇਕੱਠੇ ਕਰਦਾ ਹੈ ਕਿ ਤੁਹਾਨੂੰ ਮੈਂ ਬੜੀਆਂ ਸੁੱਖ ਸਹੂਲਤਾਂ ਦਿੱਤੀਆਂ, ਤੇ ਜਿੰਨੀਆਂ ਚਾਹੋ ਹੋਰ ਵੀ ਦੇ ਦਿਆ, ਸਾਰੀ ਦੌਲਤ ਵੀ ਦੇ ਦਿਆ, ਪਰ ਘੱਟੋ ਘੱਟ ਅੱਜ ਮੌਤ ਦੀ ਦਵਾਈ ਤਾਂ ਕੋਈ ਦਿਓ। ਔਰ ਉੱਥੇ ਕਵੀ ਦੇ ਬੋਲ ਨੇ ਪਾਵੇ ਕਿ ਸਾਰੇ ਵੈਦਾਂ, ਹਕੀਮਾਂ ਨੇ ਇਕੱਠੀ ਜ਼ਬਾਨ ਦੇ ਵਿੱਚ ਕਿਹਾ ਕਿ ਸਿਕੰਦਰ ਦੇਖੋ ਕਿਤੇ ਬੁਖਾਰ ਹੋ ਜੇ, ਕਿਸੇ ਤਰ੍ਹਾਂ ਦਾ ਰੋਗ ਕੋਈ ਵੀ ਲੱਗ ਜੇ, ਵੱਡੇ ਤੋਂ ਵੱਡੇ ਰੋਗ ਦਾ ਇਲਾਜ ਹੈ, ਦਵਾਈ ਹੈ, ਪਰ ਇਹ ਜਿਹੜੀ ਮੌਤ ਹੈ, ਮੌਤ ਦੀ ਦਵਾਈ ਕਿੱਥੇ ਬਣੀ ਹੈ? ਮੌਤ ਦੀ ਦਵਾਈ ਕੋਈ ਬਣੀ ਨਹੀਂ, ਮੌਤ ਦੀ ਦਵਾਈ ਦੇ ਹੀ ਨਹੀਂ ਸਕਦੇ। ਔਰ ਉੱਥੇ ਕਹਿੰਦਾ ਹੱਦ ਹੋ ਗਈ ਕਿ ਇੰਨਾ ਪੈਸਾ, ਔਰ ਬੜੇ ਅਸੀਂ ਵੇਖਨੇ ਉਦਾਹਰਨ, ਪੈਸੇ ਦੇ ਢੇਰ ਲਾਏ ਹੁੰਦੇ ਨੇ। ਪਿੱਛੇ ਸਮਾਂ ਐਸਾ ਆਇਆ ਸੀ, ਇਹ ਕਰੋਨਾ ਨੇ ਸਭ ਕੁਝ ਦਿਖਾ ਦਿੱਤਾ ਕਿ ਇਹ ਜਿਹੜਾ ਭਾਵੇਂ ਨਵਖੰਡ ਪ੍ਰਿਥਵੀ ਦਾ ਰਾਜ ਵੀ ਕਮਾਣਾ, ਪੈਸਾ ਜਿੰਨਾ ਮਰਜ਼ੀ ਹੋਵੇ, ਪਰ ਜਦੋਂ ਮੌਤ ਸਾਹਮਣੇ ਆ ਜਾਏ ਕਿਸੇ ਪੈਸੇ ਨੇ ਕੰਮ ਕਰਨੇ ਨਹੀਂ। ਜਦੋਂ ਡਾਕਟਰ, ਵੈਦ ਸਾਰੇ ਜਵਾਬ ਦੇ ਕੇ ਇਹਨੇ ਆਪਣੇ ਅਮੀਰਾਂ ਨੂੰ, ਵਜ਼ੀਰਾਂ ਨੂੰ, ਆਪਣੀਆਂ ਬੇਗਮਾਂ ਨੂੰ ਇਕੱਠਾ ਕੀਤਾ, ਕੱਲੇ ਕੱਲੇ ਤੋਂ ਪੁੱਛਿਆ ਕਿ ਮੇਰੀ ਥਾਂ ਤੇ ਤੂੰ ਹੀ ਮਰ ਜਾ। ਜਵਾਬ ਅੱਗੋਂ ਇਹ ਆਇਆ ਸੀ ਕਿ ਬਾਦਸ਼ਾਹ, ਭਾਵੇਂ ਸਾਨੂੰ ਸਾਰਿਆਂ ਨੂੰ ਇੱਕੋ ਲਾਈਨ 'ਚ ਖਿਲਾ ਕੇ, ਇੱਕੋ ਲਾਈਨ 'ਚ ਖੜਾ ਕਰਕੇ ਗੋਲੀ ਦੇ ਨਾਲ ਸਭ ਨੂੰ ਭੁੰਨ ਦੇ, ਪਰ ਸਾਨੂੰ ਮਾਰਨ ਦੇ ਨਾਲ, ਸਾਡੇ ਮਰਨ ਦੇ ਨਾਲ ਇਹ ਗੱਲ ਪੱਕੀ ਕਿ ਤੇਰੀ ਮੌਤ ਨਹੀਂ ਟਲਣੀ। ਇਹ ਤੇ ਜਿਹੜੀ ਆ ਗਈ ਇਹ ਆ ਹੀ ਗਈ। ਉੱਥੋਂ ਹਟਿਆ ਤੇ ਕਹਿੰਦਾ ਫਿਰ ਇਹ ਕੰਮ ਕਰੋ, ਜਿੰਨੀ ਦੌਲਤ ਇਕੱਠੀ ਕੀਤੀ ਹੈ ਸਾਰੀ ਦੇ ਢੇਰ ਲਾ ਦਿਓ। ਔਰ ਉਹ ਉਰਦੂ ਦਾ ਸ਼ਾਇਰ ਹੈ, ਲਿਖਦਾ ਹੈ ਕਿ ਢੇਰ ਲਾ ਦਿੱਤੇ ਗਏ ਦੌਲਤ ਦੇ। ਉਹਨੂੰ ਹੱਥ ਵਿੱਚ ਫੜ ਕੇ ਕਹਿੰਦਾ ਘੱਟੋ ਘੱਟ ਤੂੰ ਤੇ ਮੈਨੂੰ ਬਚਾ। ਤੇ ਜਿਵੇਂ ਇਸ ਸੋਨੇ ਚਾਂਦੀ ਨੇ ਅੱਗੋਂ ਬੋਲ ਕੇ ਜਵਾਬ ਦਿੱਤਾ ਹੋਵੇ ਕਿ ਬਾਦਸ਼ਾਹ ਤੂੰ ਮਰੇਗਾ ਤੇ ਮੈਨੂੰ ਰੋਣ ਦੀ ਲੋੜ ਥੋੜ੍ਹੀ ਪੈਣੀ ਹੈ, ਕਿਉਂਕਿ ਤੂੰ ਇਕੱਲਾ ਮਾਲਕ ਬਣ ਕੇ ਬੈਠਾ, ਤੂੰ ਮਰੇਗਾ ਤੇ ਮੇਰੇ ਤੇ ਬਾਅਦ 'ਚ ਮਾਲਕ ਕਈ ਨੇ, ਖਸਮ ਕਈ ਤਿਆਰ ਹੋਣਗੇ ਸਾਂਭਣ ਵਾਲੇ। ਹੁਣ ਉੱਥੇ ਉਸ ਅਜ਼ੀਜ਼ ਨੇ ਲਿਖਿਆ ਹੈ ਕਿ ਜਰ ਜਮਾ ਕਰ ਸਿਕੰਦਰ ਨੇ ਕਹਿ ਦਿਆ ਕਿ ਹੂੰ ਖੁਦਾ,
वक्त पड़ने पर कदा के लगे होने सब जुदा। कहते सब मुल्क जुनान के और हिकमत करो से यूं कहा, है को मेरे बचाने के लिए मौत की इस वक्त दुआ। और अमीरों और वजीरों बेगमों से यूं कहा, है को मेरे बचाने के लिए अहले वफा। फिर कहते ढेर दौलत के लगा लिए हाथ में यूं कहा, तू भी मुझको छोड़ चले अब तो मैं तनहा चला। और ये सतगुरु ने बाणी दे विच भी पावन बचन कहे ने कि दौलत ये वड्डे वड्डे महल जमीनां कदे नहीं रुंदियां। मालक मर जाए ना तो कदे वेख्या कि कदे वड्डियां वड्डियां कोठियां दे विचों कंधां दे विचों आवाज़ आउंदी है रोण दी कि मेरा मालक मर गया। सतगुरु कहते ने एक मरेगा, चार जेड़े पहलों ने साड़ने बाद विच पहलों कहणगे साडे हिस्से करो, पंचायत कर लो, रौला ना पै जाए। उत्थे सतगुरु ने पावन वचन कहे ने, खसम मरै तो नार न रोवै, उस रखवारो और होवे। इत्थे खसम क्या है, इस धन रुपये पैसे एक खसम जेड़ा जिन्हें इकट्ठा किया ते नार क्या दौलत रुपये पैसे। ये नार कदे नहीं रुंदी, पर हाँ जेड़े सिकंदर दी मां सी वो जरूर रोई। उथे कहते ने जिसका लखते जिगर था उसका जिगर फटने लगा, पूछते हैं बसर के पूछते हैं हर बसर से, है सिकंदर कौन जहां। कहते आखिर अर्श से आवाज़ ये आने लगी कि माँ केड़े सिकंदर की गल करना ही है। कहते आखिर अर्श से आवाज़ ये आने लगी, आ चुके लाखों सिकंदर लाखों बार इस जहां। कि इवें तो सिकंदर पता नहीं किन्ने को आए तो किन्ने को चले गए। सतगुरु कहते हैं नव खंडन को राज कमावे, अंत चले को हारी। तो बाबा फरीद जी कहते हैं हकीकत है, भावें उर्दू का अजीज लिखता कि सिकंदर वर्गे लख ही आ गए, और बाबा फरीद जी कहते हैं ये सच है कि गिनती कोई नहीं, मरिया होया की गिनती कोई नहीं। कि फरीदा जिस आसन हम पैसे केते बैठ गए, जिस आसन हम बैठे केते बैस गए, पता नहीं किन्ने को बह के पहलों चले गए, उन्होंने तो गिनती कोई नहीं। हुण सतगुरु कहते हैं नौ खंड पृथ्वी ते राज भी कर ले, एडा वड्डा राजा भी होवे, पर अंत चले को हाजी जे हारी जे नाम नहीं सिमरन नहीं, अंत नूं इस मनुखा जीवन की बाजी हार के चला जाएगा। और सतगुरु धन गुरु अर्जन देव सच्चे पातशाह ने कृपा की। देखो रुपया पैसा इहदे नाल दुनिया के सुख साधन ने जिहड़े वो इकट्ठे तो किए जा सकते हैं, पर यह सुख साधन इस भावसागर तो पार करने लिए साड़ी सहायता कदे नहीं करते। धन गुरु अर्जन देव जी का पावन बचन है, कहते बंदे कोल इन्ने सुख होण, अज कहते ने नौ खंड पृथ्वी का राजा भी भावें होवे, और गुरु साहिब जी ने सुख गिने, घर दे सारे सुख होण, पर सारे सुख माणदा होया जे नाम नहीं सिमरन नहीं, तो फिर सतगुरु तो उस रब की नज़र में एडा वड्डा राजा की है। जैतसरी की वार में सतगुरु धन गुरु अर्जन देव जी की पावन पौड़ी है, कहते सुंदर सेज अनेक सुख, रस भोगण पूरे सोहनी सेज होवे। हुण सोहनी सेज तो मतलब है कि वो घर वाली या घर वाला, वो सेज जिहड़ी कहा जाता है कि इन्ना महंगा बैड लखां दा होवे, सोहनी सेज होवे, हर तरह के घर में सुख होना। कहते सुंदर सेज अनेक सुख, सुखों की गिनती नहीं कि जो कुछ मूँह तो बोले उस वेले हाजिर हो जाए। सुंदर सेज अनेक सुख, रस भोगण पूरे, गृह स्वर्ण चंदन सुगंध।
ਹੁਣ ਕਹਿੰਦੇ ਨੇ ਘਰ ਜਿਹੜਾ ਸੋਨੇ ਦਾ ਬਣਿਆ ਹੋਵੇ, ਔਰ ਗੁਰੂ ਸਾਹਿਬ ਨੇ ਤਾਂ ਪਾਵਨ ਬਚਨ ਕਹੇ ਨੇ, ਕੱਲਾ ਘਰ ਕੀ ਜਿਹਨੇ ਪੂਰੀ ਲੰਕਾ ਸੋਨੇ ਦੀ ਬਣਾ ਦਿੱਤੀ, ਸਤਿਗੁਰੂ ਜੀ ਕਹਿੰਦੇ ਉਹ ਵੀ ਮੂਰਖ ਕੀ ਨਾਲ ਲੈ ਗਿਆ। ਨਵ ਖੰਡਨ ਕੋ ਰਾਜ ਕਮਾਵੇ, ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਸੋਨਾ ਗੜ ਲੰਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਉਹ ਮੂਰਖ ਰਾਵਣ ਇੱਥੋਂ ਲੈ ਕੇ ਗਿਆ। ਸਤਿਗੁਰੂ ਜੀ ਕਹਿੰਦੇ ਨੇ ਘਰ ਸੋਨੇ ਦਾ ਹੋਵੇ, ਚੰਦਨ ਦੇ ਸੁਗੰਧੀ ਹੋਵੇ, ਕੀਮਤੀ ਸੁਗੰਧਾ ਤੂੰ ਰੋਜ਼ ਛਿੜਕਦਾ ਹੋਵੇ, ਤੇਰੇ ਘਰ ਦੇ ਵਿੱਚ ਹੀਰੇ ਮੋਤੀ ਜੜੇ ਹੋਣ, ਪਰ ਜੇ ਰੱਬ ਨਹੀਂ ਚੇਤੇ ਤੇ ਫਿਰ ਰੱਬ ਦੀ ਤੇ ਗੁਰੂ ਦੀ ਨਜ਼ਰ ਵਿੱਚ ਤੂੰ ਕੀ ਹੈ। ਉੱਥੇ ਧੰਨ ਗੁਰੂ ਅਰਜਨ ਦੇਵ ਜੀ ਨੇ ਪਾਵਨ ਬਚਨ ਕਹੇ ਨੇ, ਕਹਿੰਦੇ ਗ੍ਰਹਿ ਸੋਇਣ ਚੰਦਨ ਸੁਗੰਧ ਲਾਏ, ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ। ਕਿਉਂਕਿ ਨਵ ਖੰਡਨ ਦਾ ਰਾਜਾ, ਨੌਖੰਡ ਪ੍ਰਿਥਵੀ ਦਾ ਵੀ ਰਾਜਾ ਹੋਵੇ, ਤੇ ਮਨ ਇੱਛੇ ਜਿਹੜੇ ਰਸ ਮਾਣਦਾ ਹੋਵੇ, ਸੁਖ ਭੋਗਦਾ ਹੋਵੇ। ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਸੂਰੇ। ਔਰ ਦੁਨੀਆ ਦੀ ਨਜ਼ਰ ਵਿੱਚ ਵੀ ਲੋਕਾਂ ਨੂੰ ਵੀ ਲੱਗਦਾ ਹੋਵੇ ਕਿ ਸੱਚਮੁੱਚ ਇਹਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ, ਹੋਵੇ ਵੀ ਨਾ। ਔਰ ਸਤਿਗੁਰੂ ਜੀ ਕਹਿੰਦੇ ਨੇ ਫਿਰ ਪ੍ਰਭੂ ਦੇ ਪਰਮੇਸ਼ਰ ਦੀ ਨਜ਼ਰ ਵਿੱਚ ਕੀ ਹੈ ਜੇ ਤੈਨੂੰ ਰੱਬ ਚੇਤੇ ਨਹੀਂ ਇੰਨੇ ਸੁੱਖ ਲੈ ਕੇ। ਕਹਿੰਦੇ ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਸੂਰੇ, ਸੋ ਪ੍ਰਭ ਚਿਤ ਨ ਆਵਈ ਬਿਸ਼ਟਾ ਕੇ ਕੀਰੇ। ਗੁਰੂ ਦੇ ਰੱਬ ਦੇ ਨਜ਼ਰ ਵਿੱਚ ਐਡਾ ਵੱਡਾ ਰਾਜਾ, ਸਤਿਗੁਰੂ ਕਹਿੰਦੇ ਨੇ ਉਹ ਗੰਦਗੀ ਦਾ ਕੀੜਾ ਹੀ ਹੈ, ਕੁਝ ਵੀ ਨਹੀਂ। ਜੇ ਰੱਬ ਚੇਤੇ ਨਹੀਂ ਤਾਂ ਸਤਿਗੁਰੂ ਕਹਿੰਦੇ ਨੇ ਉਹ ਗੰਦਗੀ ਦਾ ਕੀੜਾ ਹੈ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋਹਾਰੀ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕੋ ਕਿਰਪਾ ਧਾਰੇ। ਕਿਉਂਕਿ ਦੋ ਪਦਿਆਂ ਵਾਲਾ ਪਾਵਨ ਸ਼ਬਦ ਹੈ। ਪਹਿਲੀਆਂ ਪੰਕਤੀਆਂ ਰਹਾਉ ਦੀਆਂ, ਦੂਜੇ ਪਦ 'ਚ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਸਿਮਰਨ ਨਹੀਂ ਤੇ ਭਾਵੇਂ ਸਾਰੀ ਧਰਤੀ ਦਾ ਰਾਜਾ ਹੋਵੇ ਸੱਪ ਦੀ ਤਰ੍ਹਾਂ, ਵਿਸ਼ੇ ਵਿਕਾਰਾਂ ਦੇ ਜ਼ਹਿਰ ਘੋਲਦਾ ਹੋਇਆ ਅੰਤ ਨੂੰ ਬਾਜੀ ਹਾਰ ਕੇ ਚਲਾ ਗਿਆ। ਦੂਜੇ ਅਖੀਰਲੇ ਪਦ 'ਚ ਕਿਰਪਾ ਕਰਦੇ ਨੇ ਕਿ ਉਹ ਗੁਣ ਨਿਧਾਨ, ਜਿਹੜਾ ਗੁਣਾਂ ਦਾ ਖਜ਼ਾਨਾ ਰੱਬ ਪਰਮੇਸ਼ਰ ਹੈ, ਗੁਣ ਤਿੰਨ ਹੀ ਗਾਏ। ਉਸ ਗੁਣੀ ਨਿਧਾਨ ਦੇ ਗੁਣ ਉਹਨਾਂ ਨੇ ਹੀ ਗਾਏ। ਜਾ ਕੋ ਕਿਰਪਾ ਧਾਰੀ, ਜਿੰਦੇ ਉੱਤੇ ਮੇਰੇ ਗੁਰੂ ਨੇ ਕਿਰਪਾ ਕੀਤੀ, ਜਾਂ ਇਹ ਕਹਿ ਲੈ ਕਿ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਲੈ ਲਈ, ਗੁਰੂ ਦੀ ਕਿਰਪਾ ਦੇ ਜਿਹੜੇ ਪਾਤਰ ਬਣ ਗਏ, ਗੁਣ ਉਹਨਾਂ ਨੇ ਹੀ ਗਾਏ। ਤੇ ਜਿਨ੍ਹਾਂ ਨੇ ਗੁਣ ਗਾਏ ਉਹਨਾਂ ਨੂੰ ਮਿਲਿਆ ਕੀ? ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੋ ਸੁਖੀਆ ਧੰਨ ਉਸ ਜਨਮਾ। ਜਿਨ੍ਹਾਂ ਨੇ ਗੁਣ ਗਾਏ ਅਸਲ ਵਿੱਚ ਸੁਖੀ ਉਹ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਉਹ ਸੁਖੀ ਕਿਵੇਂ ਹੈ ਜੀ? ਉਹਦੇ ਕੋਲ ਵੱਡਾ ਘਰ ਨਾ ਹੋਵੇ, ਛੋਟਾ ਵੀ ਨਾ ਹੋਵੇ, ਉਹਦੇ ਕੋਲ ਦੁਨੀਆ ਦੇ ਸੁੱਖ ਪਦਾਰਥ ਕੁਝ ਵੀ ਨਾ ਹੋਵੇ, ਉਹਦੇ ਕੋਲ ਸੌਣ ਵਾਸਤੇ ਕੀਮਤੀ ਪਲੰਘ ਤੇ ਕੀ ਇੱਕ ਆਮ ਮੰਜਾ ਵੀ ਨਾ ਹੋਵੇ, ਸੌਣ ਵਾਸਤੇ ਧਰਤੀ ਤੇ ਵਿਛਾਉਣ ਵਾਸਤੇ ਕੱਪੜਾ ਵੀ ਨਾ ਹੋਵੇ, ਕੱਖ ਵਿਛਾ ਕੇ ਸੌਂ ਜੇ, ਉਹ ਸੁੱਕੀ ਰੋਟੀ ਲੂਣ ਦੇ ਨਾਲ ਖਾ ਲਵੇ। ਅਸਲ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਉਹਦੇ ਅੰਦਰ ਵੀ ਸੁੱਖ ਹੈ, ਕਿਉਂਕਿ ਉਹਨੂੰ ਰੱਬ ਚੇਤੇ ਹੈ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਕਹਿੰਦੇ ਰੁੱਖੋ ਭੋਜਨ ਭੂਮ ਸੈਨ, ਪ੍ਰਿਆ ਸੰਗ ਸੁਖ ਬਿਹਾਏ। ਰੁੱਕੀ ਰੋਟੀ ਹੋਵੇ, ਸੌਣ ਵਾਸਤੇ ਧਰਤੀ ਵੀ ਮਿਲ ਜਾਏ। ਜੇ ਰੱਬ ਚੇਤੇ ਹੈ ਤੇ ਬੜਾ ਸੁੱਖ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਸਦਾ ਹੀ ਸੁਖੀ ਹੈ। ਗੁਣ ਗਾਉਣੇ ਕਹਿੰਦੇ ਨਹੀਂ ਨੇ, ਗੁਣ ਗਾ ਕੇ ਕੁਝ ਮਿਲਦਾ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਵਨ ਬਚਨ ਕਿਹਾ ਹੈ। ਦੇਖੋ ਅਖੀਰਲੀ ਪੰਕਤੀ ਹੈ ਕਿ ਗੁਣ ਉਹਨਾਂ ਨੇ ਗਾਏ ਜਿਨ੍ਹਾਂ ਤੇ ਕਿਰਪਾ ਹੋ ਗਈ, ਤੇ ਜਿਨ੍ਹਾਂ ਨੇ ਗੁਣ ਗਾਏ ਉਹ ਸਦਾ ਹੀ ਸੁਖੀ ਹੈ। ਗੁਣ ਗਾ ਕੇ ਮਿਲਦਾ ਕੀ ਹੈ?
ਕਿਰਪਾ ਕੀ ਹੁੰਦੀ? ਗੁਰੂ ਸਾਹਿਬ ਜੀ ਕਹਿੰਦੇ ਨੇ, ਉਦਾਹਰਣ ਦਿੰਦੇ ਨੇ, ਘਰ ਵਿੱਚ ਕੋਈ ਲੋਹੇ ਦਾ ਭਾਂਡਾ ਹੋਵੇ, ਉਹ ਕਿਤੇ ਟੁੱਟ ਜੇ ਤੇ ਉਹ ਭਾਂਡਾ ਉਦੋਂ ਤੱਕ ਵਰਤੋਂ ਵਿੱਚ ਨਹੀਂ ਆਉਣਾ ਜਦੋਂ ਤੱਕ ਉਹਨੂੰ ਵੈਲਡਿੰਗ ਕਰਕੇ ਜਾਂ ਗਰਮ ਕਰਕੇ ਉਹਨੂੰ ਜੋੜਿਆ ਨਾ ਜਾਏ, ਟਾਂਕਾ ਨਾ ਲੱਗ ਜੇ। ਉਹ ਲੋਹੇ ਦਾ ਭਾਂਡਾ ਤੇ ਹੋ ਸਕਦਾ ਉਹਨਾਂ ਕੀਮਤੀ ਨਹੀਂ ਕਿ ਬਾਹਰ ਖੁੱਲ੍ਹੀ ਥਾਂ ਤੇ ਵੀ ਰੱਖ ਦਿੱਤਾ ਜਾਏ। ਘਰ ਵਿੱਚ ਕੋਈ ਸੋਨੇ ਦਾ ਭਾਂਡਾ ਹੈ, ਕੋਈ ਸੋਨੇ ਦਾ ਗਹਿਣਾ ਹੈ, ਦੇਖੋ ਉਹਨੂੰ ਤਰੇੜ ਆ ਜੇ, ਕਿਤੇ ਟੁੱਟ ਜੇ ਤੇ ਅੱਜ ਤੱਕ ਇਹ ਤੇ ਨਹੀਂ ਹੋਇਆ ਕਿਸੇ ਨੇ ਵੀ ਉਹ ਸੋਨਾ ਚੁੱਕ ਕੇ ਬਾਹਰ ਸੁੱਟ ਦਿੱਤਾ ਹੋਵੇ, ਕਿਉਂਕਿ ਕੀਮਤ ਉਹਦੇ ਟੁੱਟੇ ਹੋਏ ਦੀ ਵੀ ਉਨੀ ਹੀ ਹੈ। ਔਰ ਗੁਰੂ ਸਾਹਿਬ ਨੇ ਉਦਾਹਰਣ ਦਿੱਤੇ, ਤਾਂਬੇ ਦਾ ਭਾਂਡਾ ਹੋਵੇ ਟੁੱਟ ਜੇ, ਇਹਨਾਂ ਨੂੰ ਜੋੜਨ ਦਾ ਸਾਧਨ ਹੈ, ਇਹ ਜੁੜ ਜਾਂਦੇ ਨੇ ਅੱਗ ਦੇ ਨਾਲ। ਤੇ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਗੁਰੂ ਦੇ ਗੁਣ ਗਾਉਣ ਦੀ ਬਖਸ਼ਿਸ਼ ਇਹ ਹੈ ਕਿ ਉਹ ਰੱਬ ਦੇ ਨਾਲ ਜੁੜ ਜਾਂਦੇ ਨੇ। ਇਸੇ ਤਰ੍ਹਾਂ ਉੱਥੇ ਸਤਿਗੁਰੂ ਜੀ ਨੇ ਉਦਾਹਰਣ ਦਿੱਤੀ, ਕਿਵੇਂ? ਕਹਿੰਦੇ ਕਹਿ ਕੰਚਨ ਟੁੱਟੈ ਸਾਰ, ਕਹਿ ਦਾ ਭਾਂਡਾ, ਕੰਚਨ ਸੋਨਾ, ਸਾਰ ਕਹਿੰਦੇ ਨੇ ਲੋਹੇ ਦਾ ਭਾਂਡਾ, ਲੋਹਾ, ਇਹ ਟੁੱਟ ਜਾਣਾ। ਕਹਿੰਦੇ ਕਹਿ ਕੰਚਨ ਟੁੱਟੈ ਸਾਰ, ਅਗਣੀ ਗੰਢ ਪਾਏ ਲੋਹਾਰ। ਅੱਗ ਦੇ ਵਿੱਚ ਗਰਮ ਕਰਕੇ, ਜਾਂ ਹੁਣ ਵੈਲਡਿੰਗ ਵਾਲਾ ਸਿਸਟਮ ਆ ਗਿਆ ਹੈ, ਵੈਲਡਿੰਗ ਕਰਕੇ ਉਹਨੂੰ ਜੋੜ ਦਿੱਤਾ ਜਾਂਦਾ ਹੈ। ਲੋਹਾਰ ਸੋਨੇ ਨੂੰ ਜੋੜ ਦਿੰਦਾ ਹੈ, ਸੁਨਾਰ ਸੋਨੇ ਨੂੰ ਜੋੜਦਾ ਹੈ, ਲੋਹਾਰ ਲੋਹੇ ਨੂੰ ਜੋੜਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ, ਉਦਾਹਰਣ ਦਿੰਦੇ ਨੇ ਸਾਨੂੰ ਘਰਾਂ ਪਰਿਵਾਰਾਂ ਦੀ। ਦੇਖੋ ਕਿ ਪਤੀ ਆਪਣੇ ਪਤੀ ਤੋਂ ਅੱਡ ਹੋ ਜੇ, ਔਰ ਬਹੁਤ ਸਾਰੇ ਸਾਨੂੰ ਐਸੇ ਮਿਲ ਵੀ ਜਾਂਦੇ ਨੇ ਕਿ ਜਿਨ੍ਹਾਂ ਦੇ ਤਲਾਕ ਵੀ ਹੋ ਜਾਂਦੇ ਨੇ, ਪਰ ਤਲਾਕ ਹੋਣ ਤੋਂ ਬਾਅਦ ਵੀ ਫਿਰ ਇੱਕ ਦਿਨ ਸਮਾਂ ਐਸਾ ਆਉਂਦਾ ਫਿਰ ਇਕੱਠੇ ਹੋ ਜਾਂਦੇ ਨੇ। ਕਿਉਂ ਜੀ? ਉੱਥੇ ਸਤਿਗੁਰੂ ਜੀ ਨੇ ਉਦਾਹਰਣ ਦਿੱਤੀ, ਕਹਿੰਦੇ ਗੋਰੇ ਸਿੱਤੇ ਟੁੱਟੈ ਪਤਾਰ। ਗੋਰੀ ਕਿਹਾ ਵਹੁਟੀ ਘਰ ਵਾਲੀ, ਪਤਾਰ ਪਤੀ। ਆਪਸ ਵਿੱਚ ਕਦੇ ਜੀਵਨ ਵਿੱਚ ਚੱਲਦਿਆਂ ਟੁੱਟ ਜਾਣ, ਇੱਕ ਦੂਜੇ ਤੋਂ ਦੂਰ ਹੋ ਜਾਣ। ਗੋਰੇ ਸਿੱਤੇ ਟੁੱਟੇ ਪਤਾਰ। ਉੱਥੇ ਕਹਿੰਦੇ ਪੁੱਤੀ ਗੰਢ ਪਵੈ ਸੰਸਾਰ। ਪਰ ਉਹਨਾਂ ਦਾ ਕੋਈ ਧੀ ਹੋਵੇ, ਕੋਈ ਪੁੱਤ ਹੋਵੇ, ਉਹਨਾਂ ਕਰਕੇ ਉਹਨਾਂ ਦੇ ਟੁੱਟਿਆ ਹੋਇਆਂ ਦੇ ਵਿੱਚ ਦੁਬਾਰੇ ਗੰਢ ਫਿਰ ਪੈ ਜਾਂਦੀ ਹੈ, ਕਿਉਂਕਿ ਧੀ ਪੁੱਤ ਇੱਕ ਮੋਹ ਐਸਾ ਹੈ, ਰਿਸ਼ਤਾ ਐਸਾ ਹੈ, ਉਹ ਜੋੜਦਾ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਬਿਲਕੁਲ ਗੁਰੂ ਦੇ ਗੁਣ, ਰੱਬ ਦੇ ਗੁਣ ਇਸੇ ਤਰ੍ਹਾਂ ਸਾਨੂੰ, ਭਾਵੇਂ ਅਸੀਂ ਕਰੋੜਾਂ ਜਨਮਾਂ ਦੇ ਟੁੱਟੇ ਹੋਏ ਆ, ਇਹ ਗੁਣ ਗਾਉਣ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਸਾਨੂੰ ਗੁਣ ਜੋੜਦੇ ਨੇ। ਉੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦੇ ਅਖੀਰ ਵਿੱਚ ਪਾਵਨ ਬਚਨ ਕਹੇ, ਕਹਿੰਦੇ ਨਾਨਕ ਆਖੈ ਇਹੋ ਵਿਚਾਰ, ਸਿਫਤੇ ਗੰਢ ਪਵੈ ਦਰਬਾਰ। ਗੁਣ ਨਿਧਾਨ ਗੁਣ ਤਿਨ ਹੀ ਗਾਏ, ਸਿਫਤੇ ਗੰਢ ਪਵੈ ਦਰਬਾਰ। ਸਿਫਤਾਂ ਕਰਨ ਦੇ ਨਾਲ, ਗੁਣ ਗਾਉਣ ਦੇ ਨਾਲ ਰੱਬ ਦੇ ਦਰਬਾਰ ਵਿੱਚ ਜੋੜ ਮਿਲਦਾ ਹੈ, ਗੰਢ ਪੈ ਜਾਂਦੀ ਹੈ, ਉੱਥੇ ਗੰਢ ਵੱਧ ਜਾਂਦੀ ਹੈ। ਗੁਣ ਗਾਉਣ ਦੇ ਨਾਲ ਕੀ ਮਿਲਦਾ ਹੈ? ਵਡਿਆਈ। ਗੁਰੂ ਸਾਹਿਬ ਜੀ ਕਹਿੰਦੇ ਨੇ ਕੀ ਹੈ? ਗੁਣ ਗਾਉਣ ਦੀ। ਸੋ ਸੁਖੀਆ ਸਦਾ ਸੁਖੀਆ। ਕਿਵੇਂ ਸੁਖੀਆ? ਸੋਈਆਂ ਦੇ ਵਿੱਚ ਸਤਿਗੁਰੂ ਦਾ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਕਹਿੰਦੇ ਦੇਖੋ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਦੋਂ ਗੁਣ ਗਾਈਏ ਸਾਡਾ ਜੀਵਨ ਇੱਕ ਉਸ ਬੇਕਾਰ ਜੇ ਟੁੱਟੇ ਹੋਏ ਕੱਚ ਦੀ ਤਰ੍ਹਾਂ ਸੀ, ਪਰ ਜਦੋਂ ਗੁਣ ਗਾਏ ਮੇਰੇ ਗੁਰੂ ਨੇ ਇਸ ਕੱਚ ਨੂੰ ਸੋਨੇ ਵਰਗਾ ਬਣਾ ਦਿੱਤਾ। ਸਾਡਾ ਜੀਵਨ ਉਸ ਤਰ੍ਹਾਂ ਦਾ ਬੇਕਾਰ ਸੀ ਜਿਵੇਂ ਸੜਿਆ ਹੋਇਆ ਲੋਹਾ ਹੁੰਦਾ ਹੈ, ਪਰ ਗੁਰੂ ਨੇ ਕਿਰਪਾ ਕੀਤੀ, ਉਸ ਸੜੇ ਹੋਏ ਲੋਹੇ ਨੂੰ ਵੀ ਪਾਰਸ ਵਰਗਾ ਬਣਾ ਦਿੱਤਾ। ਇਹ ਗੁਣ ਗਾਉਣ ਦੀ ਬਖਸ਼ਿਸ਼ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਕੱਚੋ ਕੰਚਨ ਭਇਓ। ਕੱਚ ਤੋਂ ਸੋਨੇ ਵਰਗਾ ਕਦੋਂ ਬਣ ਗਿਆ ਜੀ? ਜਦੋਂ ਉਹਦੇ ਗੁਣਾਂ ਨੂੰ ਗਾਇਆ, ਉਹਦੀ ਸਿਫਤ ਨੂੰ ਸੁਣਿਆ। ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ। ਜ਼ਹਿਰ ਤੋਂ ਅੰਮ੍ਰਿਤ ਵਰਗੇ ਹੋ ਗਏ। ਕਿਵੇਂ ਜੀ? ਜਦੋਂ ਮੁਖ ਦੇ ਨਾਲ ਹੁੰਦੇ
ਸਿਫਤ ਨੂੰ ਗਾਇਆ, ਉਹਦੇ ਨਾਮ ਨੂੰ ਜਪਿਆ। ਬਿਕ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਜਦੋਂ ਗੁਰੂ ਦੀ ਕਿਰਪਾ ਹੋ ਜੇ, ਗੁਰੂ ਦੀ ਨਜ਼ਰ ਹੋ ਜੇ, ਤੇ ਸੜੇ ਹੋਏ ਲੋਹੇ ਨੂੰ ਉਹ ਲਾਲ ਬਣਾ ਦਿੰਦਾ ਹੈ। ਬਸ ਗੁਣ ਗਾਉਣ ਦਾ ਇਹ ਹੀ ਲਾਭ ਹੈ ਕਿ ਮੇਰਾ ਗੁਰੂ ਇੰਨੀ ਬਖਸ਼ਿਸ਼ ਕਰਦਾ ਹੈ ਕਿ ਪਾਹਣ ਮਾਣਕ ਕਰੇ। ਇਹ ਸਾਡੇ ਹਿਰਦੇ ਜਿਹੜੇ ਪੱਥਰ ਵਰਗੇ ਸਨ, ਪੱਥਰ ਨੂੰ ਕੀਮਤੀ ਮੋਤੀ ਬਣਾ ਦਿੰਦਾ ਹੈ। ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੇ। ਜਿਹੜੇ ਪੱਥਰ ਵਰਗੇ ਹਿਰਦੇ ਸਨ, ਐਸੇ ਕੀਮਤੀ ਮੋਤੀ ਬਣਾਏ ਕਿ ਉਹ ਗੁਰੂ ਦੇ ਕਹੇ ਹੋਏ ਗਿਆਨ ਨੂੰ ਫਿਰ ਵਿਚਾਰਦੇ ਵੀ ਨੇ। ਔਰ ਸਤਿਗੁਰੂ ਜੀ ਕਹਿੰਦੇ ਨੇ, ਕਾਠੋ ਸਿਰਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ, ਸੋ ਸੁਖੀਆ ਧਨ ਉਸ ਜਨਮਾ। ਦੁੱਖ ਦਰਿਦਰ ਤਿਨ ਕੇ ਗਏ, ਕਹਿੰਦੇ ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ। ਉਹ ਪਸ਼ੂ ਨਹੀਂ ਦੇਵਤੇ ਬਣ ਗਏ, ਉਹ ਪਸ਼ੂ ਬਿਰਤੀ ਵਾਲੇ ਜਿਹੜੇ ਨੇ ਦੇਵ ਬਿਰਤੀ ਵਾਲੇ ਬਣ ਗਏ। ਉਹ ਜਿਹੜੇ ਜਿਨ੍ਹਾਂ ਨੂੰ ਰਾਖਸ਼ ਕਿਹਾ ਗਿਆ, ਪ੍ਰੇਤ ਕਿਹਾ ਗਿਆ, ਪ੍ਰੇਤ ਬਿਰਤੀ ਵਾਲੇ ਜਨ ਜਿਹੜੇ ਉਹ ਦੇਵੀ ਗੁਣਾਂ ਵਾਲੇ ਬਣ ਗਏ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਗੁਣ ਗਾਏ ਉਹਨਾਂ ਨੂੰ ਸਦਾ ਹੀ ਸੁੱਖ ਮਿਲਿਆ। ਤੇ ਗੁਣ ਗਾਉਣੇ ਚਾਹੀਦੇ ਨੇ। ਗੁਣ ਗਾ ਕੇ ਮਿਲਦਾ ਕੀ ਹੈ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਆਪਾਂ ਰੋਜ਼ ਹੀ ਹਾਂ। ਇਹ ਗੱਲ ਵੱਖਰੀ ਕਿ ਧਿਆਨ ਪਾਵੇ ਨਾਮ ਦਈਏ। ਸਤਿਗੁਰੂ ਜੀ ਰੋਜ਼ ਹੀ ਕਹਿੰਦੇ ਨੇ, ਗਾਵੀਐ ਸੁਣੀਐ ਮਨ ਰੱਖਿਐ ਭਾਉ। ਗਾ ਕੇ ਸੁਣ ਕੇ ਮਨ ਦੇ ਵਿੱਚ ਪ੍ਰੇਮ ਰੱਖੀਏ, ਭਾਵ ਰੱਖੀਏ, ਤੇ ਬਖਸ਼ਿਸ਼ ਕੀ ਹੁੰਦੀ ਹੈ ਜੀ। ਸਤਿਗੁਰੂ ਜੀ ਕਹਿੰਦੇ ਨੇ, ਦੁੱਖ ਪਰ ਹਰ ਸੁੱਖ ਘਰ ਲੈ ਜਾਓ। ਦੁੱਖਾਂ ਨੂੰ ਛੱਡ ਕੇ ਸਦੀਵੀ ਸੁੱਖ ਘਰ ਲੈ ਜਾਓ। ਉਹਦੇ ਗੁਣ ਨੂੰ ਗਾ ਕੇ ਸੁਣ ਕੇ ਮਨ ਵਿੱਚ ਭੈ ਰੱਖ ਕੇ, ਅਦਬ ਰੱਖ ਕੇ ਸੁੱਖ ਘਰ ਲੈ ਜਾਓ। ਔਰ ਗੁਰੂ ਸਾਹਿਬ ਜੀ ਰੋਜ਼ ਹੀ ਕਹਿੰਦੇ ਨੇ, ਅੱਜ ਸਤਿਗੁਰੂ ਜੀ ਪਾਵਨ ਬਚਨ ਹੀ ਕਹਿ ਰਹੇ ਨੇ, ਸੋ ਸੁਖੀਆ ਧਨ ਉਸ ਜਨਮਾ। ਔਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਪਾਵਨ ਬਚਨ ਆਨੰਦ ਸਾਹਿਬ ਦੇ ਵਿੱਚ ਰੋਜ਼ ਹੀ ਪੜ੍ਹਦੇ। ਔਰ ਫਿਰ ਬੇਨਤੀ ਕਰਦੇ ਕਿ ਜੇ ਧਿਆਨ ਨਾ ਦਈਏ ਤਾਂ ਫਿਰ 50-50 ਸਾਲ ਵੀ ਹੋ ਗਏ ਪੜ੍ਹਦੇ। ਕਿਉਂਕਿ ਜੇ ਧਿਆਨ ਹੀ ਨਾ ਦਈਏ, ਹੁਣ ਦੇਖੋ ਇੱਕ ਬਾਜ਼ਾਰ ਦੇ ਵਿੱਚੋਂ ਭਾਵੇਂ ਬੰਦਾ ਰੋਜ਼ ਹੀ ਲੰਘਦਾ ਹੋਵੇ, ਜਾਂਦਾ ਹੋਵੇ, ਔਰ ਜਿਹੜਾ ਤੇ ਕੋਈ ਕਿਸੇ ਦੁਕਾਨ 'ਤੇ ਕਦੇ ਗਿਆ ਹੈ ਜਾਂ ਉੱਧਰ ਧਿਆਨ ਦਿੱਤਾ, ਉਹਨੂੰ ਤਾਂ ਫਟ ਪਤਾ ਲੱਗ ਜਾਏਗਾ। ਜਿਹੜੇ ਮੇਰੇ ਵਰਗੇ ਨੇ ਕਦੇ ਦੇਖੇ ਹੀ ਨਹੀਂ ਵੀ ਇੱਥੇ ਜਾਂਦਾ ਹੋਇਆ ਕਿਸੇ ਮਸ਼ੀਨਾਂ ਵਾਲੇ ਦੀ ਵੀ ਦੁਕਾਨ ਕੋਈ ਹੈ। ਤੇ ਜੇ ਕੋਈ ਪੁੱਛੇ, ਭਾਈ ਸਾਹਿਬ ਉਸ ਬਾਜ਼ਾਰ ਦੇ ਕੋਲੋਂ ਦੁਕਾਨ ਮਸ਼ੀਨਾਂ ਵਾਲੀ, ਵੀ ਜਾਣਾ ਤਾਂ ਮੈਂ ਰੋਜ਼ ਹੀ, ਪਰ ਪਤਾ ਨਹੀਂ ਕਿ ਉਹ ਧਿਆਨ ਹੀ ਕਦੇ ਨਹੀਂ ਕੀਤਾ। ਬੇਸ਼ੱਕ ਰੋਜ਼ ਲੰਘ ਜੇ, ਜੇ ਧਿਆਨ ਹੀ ਨਾ ਦਈਏ ਤੇ ਨਹੀਂ ਪਤਾ ਲੱਗਦਾ ਕਿ ਇੱਥੇ ਕੋਈ ਚੀਜ਼ ਹੈ ਵੀ। ਔਰ ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਜੀ ਦੀ ਬਾਣੀ ਰੋਜ਼ ਪੜ੍ਹਦੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਦੁੱਖ ਰੋਗ ਸੰਤਾਪ ਉਤਰੇ। ਤੇ ਕਦੋਂ ਉਤਰ ਗਏ ਜੀ? ਜਦੋਂ ਗੁਣ ਨਿਧਾਨ ਗੁਣ ਤਿੰਨ ਹੀ ਗਾਏ। ਇਹ ਰੋਜ਼ ਪੜ੍ਹਦੇ ਨੇ ਜੀ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੇ ਬਾਣੀ। ਜਦੋਂ ਸੱਚੀ ਬਾਣੀ ਨੂੰ ਸੁਣਿਆ, ਹੁਣ ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਗਾਇਆ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਅਸਲ ਵਿੱਚ ਉਹ ਸਦੀਵੀ ਸੁੱਖ ਉਹਨਾਂ ਨੂੰ ਮਿਲਿਆ। ਸੋ ਸੁਖੀਆ ਧਨ ਉਸ ਜਨਮਾ। ਉਹਨਾਂ ਦਾ ਜਨਮ ਵੀ ਧਨ ਹੈ। ਨਾਨਕ ਤਿਸ ਬਲਿਹਾਰੀ। ਤੇ ਪੰਜਵੇਂ ਨਾਨਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਿਨ੍ਹਾਂ ਨੇ ਗੁਣ ਗਾਏ, ਜਿਨ੍ਹਾਂ ਦਾ ਜੀਵਨ ਸੁਖੀਆ ਹੋ ਗਿਆ, ਜਿਨ੍ਹਾਂ ਦਾ ਜਨਮ ਧਨ ਹੋ ਗਿਆ, ਉਹਨਾਂ ਤੋਂ ਮੈਂ ਸਦਾ ਬਲਿਹਾਰ ਜਾਵਾਂ। ਉਹਨਾਂ ਦੇ ਚਰਨਾਂ 'ਚ ਨਮਸਕਾਰ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਫੁੱਲਾਂ ਦੀ ਖਿਮਾ। ਇਹ ਨਾਮ ਦੀ ਦਾਤ ਸਾਨੂੰ ਕਹਿਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਮਿਲੇ। ਆਓ 1-2 ਮਿੰਟ ਹੋਰ
ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ, ਸਤਿਗੁਰ ਤਾ ਪਾਇਆ ਸਹਿਜ ਸਿਫਤੇ ਮਨ ਵਜੀਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ, ਸ਼ਬਦ ਹੋ ਤਾ ਗਾਵੋ ਹਰਿ ਕੇਰਾ ਮਨ ਜਿਨੇ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ, ਏ ਮਨ